गुड मॉर्निंग स्टूडेंट। सो बेटा जी ਅਸੀਂ ਅੱਜ ਜਿਹੜੀ ਪ੍ਰੋਬੇਬਿਲਿਟੀ ਹੈ ਉਹ ਕਰਾਂਗੇ दैट इज़ ए इंडिपेंडेंट ਪ੍ਰੋਬੇਬਿਲਿਟੀ। ਸੋ 14B ਐਕਸਰਸਾਈਜ਼ ਤੋਂ ਪਹਿਲਾਂ ਸਾਡੇ ਕੋਲ ਇਹਦੇ ਐਗਜ਼ਾਮਪਲ ਤੋਂ ਕੁਝ ਫਾਰਮੂਲੇ ਸਾਡੇ ਕੋਲ ਹੈ दैट इज़ ए इंडिपेंडेंट ਪ੍ਰੋਬੇਬਿਲਿਟੀ। ਸੋ ਇੰਡੀਪੈਂਡੈਂਟ ਪ੍ਰੋਬੇਬਿਲਿਟੀ ਵਿੱਚੋਂ ਇੱਕ ਕੁਐਸਚਨ ਪੱਕਾ 100% ਸ਼ੋਰ ਪੇਪਰ ਦੇ ਵਿੱਚ ਆਉਂਦਾ ਹੈ। ਸੋ ਧਿਆਨ ਨਾਲ ਤੁਸੀਂ ਦੇਖਣਾ ਕਿ ਟੂ ਇਵੈਂਟ ਆਰ ਸੈਡ ਟੂ ਬੀ ਇੰਡੀਪੈਂਡੈਂਟ ਇਫ happening or inhappening of one event does not affect the probability of happening or non-happening of the other event। ਉਸਦੇ ਕਹਿਣ ਦਾ ਮਤਲਬ ਸਾਡੇ ਕੋਲ ਇਹ ਹੈ ਕਿ ਯਾਦ ਰੱਖਣਾ ਕਿ ਜਿਹੜੀ ਪ੍ਰੋਬੇਬਿਲਿਟੀ ਆ ਇੰਡੀਪੈਂਡੈਂਟ ਪ੍ਰੋਬੇਬਿਲਿਟੀ ਦੀ ਸਿੰਪਲ ਜਿਹੜੀ ਡੈਫੀਨੇਸ਼ਨ ਆਪਾਂ ਇਹ ਕਵਾਂਗੇ ਕਿ ਪ੍ਰੋਬੇਬਿਲਿਟੀ A ਇੰਟਰਸੈਕਸ਼ਨ B that is the probability A into probability B, this one probability A intersection B that is the probability A intersection probability B। ਜਦੋਂ ਇਹ ਕੰਡੀਸ਼ਨ ਸੈਟੀਸਫਾਈਡ ਹੋ ਗਈ ਤਾਂ ਸਾਡੇ ਕੋਲ ਇੰਡੀਪੈਂਡੈਂਟ ਪ੍ਰੋਬੇਬਿਲਿਟੀ ਜਿਹੜੀ ਆ ਉਹ ਸਾਡੇ ਕੋਲ ਆ ਗਈ ਇੰਡੀਪੈਂਡੈਂਟ ਪ੍ਰੋਬੇਬਿਲਿਟੀ। ਦੂਜੀ ਗੱਲ ਤੇ ਜੇ ਆਪਾਂ P A ਦਾ ਕੰਪਲੀਮੈਂਟ ਕੱਢਣਾ ਹੋਵੇ ਤਾਂ 1 ਵਿੱਚੋਂ ਪ੍ਰੋਬੇਬਿਲਿਟੀ A ਘਟਾ ਦਿਓ ਤੇ ਜੇ P A ਕੱਢਣਾ ਹੋਵੇ ਤੇ ਜੇ ਨੋਟ ਦਿੱਤਾ ਹੋਵੇ ਤਾਂ 1 ਵਿੱਚੋਂ ਪ੍ਰੋਬੇਬਿਲਿਟੀ A ਨੋਟ ਘਟਾ ਦਿਓ, ਉਲਟ ਹੁੰਦਾ। ਸਿਮਿਲਰਲੀ ਪ੍ਰੋਬੇਬਿਲਿਟੀ ਆਪਾਂ B ਕੱਢ ਸਕਦੇ ਹਾਂ। ਠੀਕ ਹੈ ਜੀ। ਸੋ ਧਿਆਨ ਨਾਲ ਦੇਖਣਾ ਜਿਸ ਕੁਐਸਚਨ ਦੇ ਵਿੱਚ ਨੋਟ ਆ ਜਾਵੇ ਉਹਦੇ ਉੱਤੇ ਕੰਪਲੀਮੈਂਟ ਪੈਣਾ ਹੀ ਪੈਣਾ ਹੈ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਆਪਾਂ। ਹਾਂਜੀ ਆ ਕੁਝ ਫਾਰਮੂਲੇ ਆ ਬੇਟਾ ਜੀ, ਧਿਆਨ ਦੇਖਣਾ। ਕਹਿੰਦਾ ਅਗਰ ਪ੍ਰੋਬੇਬਿਲਿਟੀ ਇਫ ਇਵੈਂਟ A ਐਂਡ B ਆਰ ਇੰਡੀਪੈਂਡੈਂਟ ਆ A ਤੇ B ਡੈਸ਼ ਦਾ ਮਤਲਬ ਕੰਪਲੀਮੈਂਟ। ਅਗਰ A ਤੇ B ਦਾ ਕੰਪਲੀਮੈਂਟਰੀ ਇੰਡੀਪੈਂਡੈਂਟ ਆ, ਜੇ A ਤੇ B ਇੰਟਰਸੈਕਸ਼ਨ ਆ ਤੇ ਪ੍ਰੋਬੇਬਿਲਿਟੀ A ਤੇ ਪ੍ਰੋਬੇਬਿਲਿਟੀ B ਹੈ ਦਾ। ਤੇ ਜੇ ਪ੍ਰੋਬੇਬਿਲਿਟੀ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਆ ਤਾਂ ਪ੍ਰੋਬੇਬਿਲਿਟੀ A ਮਾਈਨਸ ਪ੍ਰੋਬੇਬਿਲਿਟੀ ਸਿੱਧੇ ਆਂਦਾ ਪ੍ਰੋਬੇਬਿਲਿਟੀ A ਇਨਟੂ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ। ਤੇ B ਦੇ ਕੰਪਲੀਮੈਂਟ ਨੂੰ ਇਦਾਂ ਵੀ ਲਿਖ ਸਕਦੇ ਹੋ, ਜਿਹੜਾ ਕੰਪਲੀਮੈਂਟ ਦਾ ਮਤਲਬ ਜਦੋਂ ਕੰਪਲੀਮੈਂਟ ਹਮੇਸ਼ਾ ਉਦੋਂ ਆਉਂਦਾ ਜਦੋਂ ਨੈਗੇਟਿਵ ਸੈਂਸ ਹੋਵੇ। ਤੇ ਨੈਗੇਟਿਵ ਸੈਂਸ ਕੀ 1 ਮਾਈਨਸ ਪ੍ਰੋਬੇਬਿਲਿਟੀ B ਡੈਸ਼ ਵਾਲਾ ਉਦੋਂ ਮਤਲਬ ਕਿ ਇਹਦੇ ਉੱਤੇ ਤੁਸੀਂ C ਵੀ ਪਾ ਸਕਦੇ ਇੱਦਾਂ ਉੱਤੇ। ਠੀਕ ਹੈ। ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ ਪਤਾ ਕਰਨਾ ਹੋਵੇ 1 ਵਿੱਚੋਂ ਪ੍ਰੋਬੇਬਿਲਿਟੀ B ਘਟਾ ਦਿਓ, ਤੁਸੀਂ ਇੱਦਾਂ ਵੀ ਲਿਖਿਆ ਜਾ ਸਕਦਾ। ਹੁਣ ਜਦੋਂ ਦੇਖੋ ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ ਪ੍ਰੋਬੇਬਿਲਿਟੀ ਇੰਟਰਸੈਕਸ਼ਨ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ, ਇਹਨੂੰ ਇੱਦਾਂ ਵੀ ਲਿਖ ਸਕਦੇ ਹਾਂ ਪ੍ਰੋਬੇਬਿਲਿਟੀ A ਯੂਨੀਅਨ B ਸਾਰੇ ਦਾ ਕੰਪਲੀਮੈਂਟ। ਇਹਨੂੰ ਇੱਦਾਂ ਵੀ ਲਿਖ ਸਕਦੇ ਹੋ ਸਾਰੇ ਦਾ ਕੰਪਲੀਮੈਂਟ ਮਤਲਬ ਆ ਕਿ 1 ਮਾਈਨਸ ਪ੍ਰੋਬੇਬਿਲਿਟੀ A ਯੂਨੀਅਨ B ਦਾ ਕੰਪਲੀਮੈਂਟ। ਠੀਕ ਹੈ, ਇੱਦਾਂ ਵੀ ਲਿਖਿਆ ਜਾ ਸਕਦਾ। ਔਰ ਸਾਡੇ ਕੋਲ 1 ਮਾਈਨਸ ਪ੍ਰੋਬੇਬਿਲਿਟੀ A ਯੂਨਿਟ B ਨੂੰ ਆਪਾਂ ਕੀ ਲਿਖਦੇ ਹਾਂ ਪ੍ਰੋਬੇਬਿਲਿਟੀ A ਪਲੱਸ ਪ੍ਰੋਬੇਬਿਲਿਟੀ B ਮਾਈਨਸ ਪ੍ਰੋਬੇਬਿਲਿਟੀ A ਇੰਟਰਸੈਕਸ਼ਨ B, ਇਹਨੂੰ ਲਿਖ ਦਿੰਦੇ ਹਾਂ। ਸੋ ਪ੍ਰੋਬੇਬਿਲਿਟੀ ਜਦੋਂ ਬ੍ਰੈਕਟ ਓਪਨ ਕੀਤਾ ਆ ਵੀ ਮਾਈਨਸ ਦਾ ਆ ਵੀ ਮਾਈਨਸ ਦਾ ਆ ਮਾਈਨਸ ਮਾਈਨਸ ਪਲੱਸ ਹੋ ਗਿਆ। ਤਾਂ 1 ਮਾਈਨਸ ਪ੍ਰੋਬੇਬਿਲਿਟੀ A 1 ਮਾਈਨਸ ਪ੍ਰੋਬੇਬਿਲਿਟੀ A ਇੱਕ ਤਾਂ ਆ ਗਿਆ। ਇਹਨਾਂ ਦੋਨਾਂ ਵਿੱਚੋਂ ਪ੍ਰੋਬੇਬਿਲਿਟੀ ਮੈਂ B ਬਾਹਰ ਕੱਢਤਾ, ਵਿੱਚ ਰਹਿ ਗਿਆ 1 ਮਾਈਨਸ ਪ੍ਰੋਬੇਬਿਲਿਟੀ A, ਉਹ ਬਣ ਗਿਆ 1 ਮਾਈਨਸ ਪ੍ਰੋਬੇਬਿਲਿਟੀ A 1 ਮਾਈਨਸ ਪ੍ਰੋਬੇਬਿਲਿਟੀ B। ਇਹਨੂੰ ਲਿਖਿਆ ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ B ਦਾ ਕੰਪਲੀਮੈਂਟ। ਠੀਕ ਹੈ। ਤੁਸੀਂ ਸਿੱਧਾ ਵੀ ਯਾਦ ਰੱਖ ਸਕਦੇ ਹੋ ਕਿ ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ ਇੰਟਰਸੈਕਸ਼ਨ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ ਸਾਡੇ ਕੋਲ ਆ ਗਿਆ ਹੈਗਾ। ਠੀਕ ਹੈ ਜੀ। ਕੁਐਸਚਨ ਦੇਖਿਓ ਜੀ, ਬੜਾ ਆਸਾਨ ਹੈ। ਕਹਿੰਦਾ ਇਫ E ਐਂਡ F be the event with probability E is equal to 3/5 probability F is equal to 3/10 probability E intersection F ਸਾਡੇ ਕੋਲ ਇਹ ਦਿੱਤਾ ਆ ਤੇ ਸ਼ੋ ਕਰੋ ਇਹ ਇੰਡੀਪੈਂਡੈਂਟ ਹੈਗਾ। ਸਭ ਤੋਂ ਪਹਿਲਾਂ ਸਾਨੂੰ ਫਾਰਮੂਲਾ ਕਿ probability E intersection F ਜਿਹੜਾ ਆ probability E intersection F ਜਿਹੜਾ ਆ ਉਹ ਬਰਾਬਰ ਹੋਣਾ। ਇਹ ਨੋਟ ਲਿਖਿਆ ਨਾ, ਇੱਥੇ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ probability E ਔਰ probability F। ਪ੍ਰੋਬੇਬਿਲਿਟੀ E ਤੇ F ਨੂੰ ਆਪਸ ਵਿੱਚ ਮਲਟੀਪਲਾਈ ਕੀਤਾ 3 3 9 ਤਾਂ 10 5 50 9/50 ਆ ਗਿਆ। 9/50 ਆ ਗਿਆ। ਹੁਣ ਜੇ 9/50 ਆ ਤੇ ਇੰਟਰਸੈਕਸ਼ਨ ਕੀ ਆ 1/5 ਆ 9/50 ਆ 1/5 ਕੀ ਦੋਨੇ ਸੇਮ ਆ ਰਹੇ ਨਹੀਂ ਆ ਰਹੇ ਨਾ, ਇਹਦਾ ਮਤਲਬ ਇਹ ਇੰਡੀਪੈਂਡੈਂਟ ਨਹੀਂ ਹੈਗਾ, ਇਹ ਇੰਡੀਪੈਂਡੈਂਟ ਸਾਡੇ ਕੋਲ ਨਹੀਂ ਹੈਗਾ। ਠੀਕ ਹੈ ਜੀ, ਬਿਲਕੁਲ ਸਿੰਪਲ ਆ। ਨੈਕਸਟ ਦੇਖਦੇ ਹਾਂ ਕੁਐਸਚਨ ਦੀ ਸਟੇਟਮੈਂਟ ਚੰਗੀ ਤਰ੍ਹਾਂ ਦੇਖਣੀ। One card is drawn at random from the well pack of the 52 card। 52 ਪੱਤਿਆਂ ਦੀ ਤਾਸ਼ ਦੇ ਵਿੱਚੋਂ ਇੱਕ ਕਾਰਡ ਤੁਸੀਂ ਡਰਾਨ ਕੀਤਾ। In which of the case are event E and F? ਕਿਸ ਕੇਸ ਵਿੱਚ E ਤੇ F ਕਹਿੰਦਾ ਸਾਡੇ ਕੋਲ ਪ੍ਰੋਬੇਬਿਲਿਟੀ ਜਿਹੜੀ ਆ ਉਹ ਇੰਡੀਪੈਂਡੈਂਟ ਹੈਗੀ ਹੈ। ਸਭ ਤੋਂ ਪਹਿਲਾਂ ਪ੍ਰੋਬੇਬਿਲਿਟੀ E ਦੇਖੋ। E ਵਿੱਚ ਕਹਿੰਦਾ ਕਾਰਡ ਇਜ਼ ਸਪੇਡ। ਹੁਣ ਬੇਟਾ ਜਿਹੜਾ ਸਪੇਡ ਹੁੰਦਾ ਦੇਖਿਓ ਸਪੇਡ ਦੇ 13 ਪੱਤੇ ਹੁੰਦੇ ਆ। ਕਾਰਡ ਕਹਿੰਦਾ ਕੀ ਹੈ ਸਪੇਡ ਦੇ 13 ਪੱਤੇ ਹੁੰਦੇ, ਯਾਦ ਰੱਖਣਾ।
ਕਾਰਡ ਇਜ਼ ਏਸ, ਏਸ ਹੁੰਦਾ ਯੱਕਾ, ਯੱਕੇ ਕਿੰਨੇ ਹੁੰਦੇ ਪੂਰੀ ਤਾਸ਼ ਦੇ ਵਿੱਚ 4 ਹੈ ਨਾ। ਜੇ ਯੱਕੇ ਹੁੰਦੇ ਪੂਰੀ ਤਾਸ਼ ਵਿੱਚ 4, ਧਿਆਨ ਦੇਣਾ। ਈ ਕੀ ਆ, ਕਾਰਡ ਇਜ਼ ਸਪੇਡ। ਐਫ ਕੀ ਆ, ਕਾਰਡ ਇਜ਼ ਏਸ, ਧਿਆਨ ਦੇਣਾ। ਦੇਖਿਓ ਜੀ, ਈ ਕੀ ਸੀਗਾ, ਕਾਰਡ ਇਜ਼ ਸਪੇਡ, ਸਪੇਡ ਕਿੰਨੇ ਸੀ 13 ਪੱਤੇ, 13/52 1/4, ਠੀਕ ਹੈ। ਤੇ ਐਫ ਕੀ ਸੀ, ਕਾਰਡ ਇਜ਼ ਏਸ, ਏਸ ਕਿੰਨੇ ਸੀ ਯੱਕੇ ਕਿੰਨੇ ਹੁੰਦੇ 4, 4/52 ਕਿੰਨਾ, ਇੰਨਾ ਆ ਗਿਆ। ਆ ਗਿਆ ਪ੍ਰੋਬੇਬਿਲਿਟੀ ਈ, ਆ ਗਿਆ ਐਫ, ਇਹ ਆ ਗਿਆ। ਹੁਣ ਪ੍ਰੋਬੇਬਿਲਿਟੀ ਈ ਇੰਟਰਸੈਕਸ਼ਨ ਐਫ, ਈ ਇੰਟਰਸੈਕਸ਼ਨ ਐਫ, ਇਹਨਾਂ ਦੋਨਾਂ ਵਿੱਚ ਕਾਮਨ ਕੀ ਕੱਢਣਾ ਕਿ ਪੱਤਾ ਭਾਈ ਏਸ ਹੋਣਾ ਚਾਹੀਦਾ ਆ। ਪੱਤਾ ਕੀ ਹੋਣਾ ਚਾਹੀਦਾ, ਏਸ, ਮਤਲਬ ਹੋਣਾ ਚਾਹੀਦਾ ਯੱਕਾ। ਯੱਕਾ ਹੋਣਾ ਕਾਹਦਾ ਚਾਹੀਦਾ, ਸਪੇਡ ਦਾ। ਸਪੇਡ ਦੇ 13 ਪੱਤੇ ਹੁੰਦੇ ਆ ਨਾ, 13 ਪੱਤਿਆਂ ਵਿੱਚੋਂ ਇੱਕ ਕੀ ਹੁੰਦਾ, ਯੱਕਾ। 13 ਪੱਤਿਆਂ ਵਿੱਚੋਂ ਇੱਕ ਕੀ ਹੁੰਦਾ, ਯੱਕਾ। ਇਹਦਾ ਮਤਲਬ ਉਹ ਬਣ ਗਿਆ 1/52। ਇਹਦਾ ਮਤਲਬ ਪ੍ਰੋਬੇਬਿਲਿਟੀ ਈ ਇੰਟਰਸੈਕਸ਼ਨ ਆਪਾਂ ਆ ਗਿਆ 1/15। ਹੁਣ ਪ੍ਰੋਬੇਬਿਲਿਟੀ ਈ ਤੇ ਐਫ ਨੂੰ ਆਪਸ ਵਿੱਚ ਮਲਟੀਪਲਾਈ ਕਰੋ। ਜਦੋਂ ਦੋਨਾਂ ਨੂੰ ਮਲਟੀਪਲਾਈ ਕੀਤਾ ਤੇ ਇਹ ਵੀ ਕੀ ਬਣ ਗਿਆ, 1/52 ਬਣਦਾ ਕਿ ਨਹੀਂ ਬਣਦਾ, ਬਣਦਾ ਹੈ ਨਾ। ਜਦੋਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕੀਤਾ ਤੇ ਇਹ ਵੀ ਬਣ ਗਿਆ 1/52, ਬਣ ਗਿਆ 1/52। ਤੇ ਜਦ ਕਿ ਆ ਈ ਓਵਰ ਐਫ ਆਪਾਂ ਕੱਢਿਆ ਆ 1/52, ਦੋਨੇ ਬਰਾਬਰ ਆ, ਇਹ ਆ ਗਿਆ ਇੰਡੀਪੈਂਡੈਂਟ। ਠੀਕ ਹੈ ਜੀ, ਨੈਕਸਟ ਦੇਖਦੇ ਹਾਂ ਪ੍ਰੋਬੇਬਿਲਿਟੀ ਈ ਪੀ, ਕਾਰਡ ਇਜ਼ ਬਲੈਕ। ਹੁਣ ਬੇਟਾ ਜਿਹੜੇ ਬਲੈਕ ਕਾਰਡ ਹੁੰਦੇ ਆ ਉਹ ਸਾਡੇ ਕੋਲ 26 ਹੁੰਦੇ ਆ, 26 ਰੈੱਡ ਹੁੰਦੀ ਹੈ ਤੇ 26 ਬਲੈਕ। 26/52 1/2। ਐਫ ਕਹਿੰਦਾ ਕਾਰਡ ਇਜ਼ ਕਿੰਗ, ਪੂਰੀ ਤਾਸ਼ ਦੇ ਵਿੱਚ ਬੇਟਾ 13 ਪੱਤੇ ਹੁੰਦੇ ਆ, ਸੌਰੀ ਪੂਰੀ ਤਾਸ਼ ਦੇ ਵਿੱਚ 52 ਪੱਤੇ ਹੁੰਦੇ ਆ। 4 ਟਾਈਪ ਦੇ ਪੱਤੇ ਹੁੰਦੇ ਆ, ਹਰ ਇੱਕ ਟਾਈਪ ਦੇ ਪੱਤੇ ਦੇ ਵਿੱਚ ਇੱਕ ਕਿੰਗ ਹੁੰਦਾ। ਜੇ ਇੱਕ ਟਾਈਪ ਦੇ ਪੱਤੇ ਦੇ ਵਿੱਚ ਇੱਕ ਕਿੰਗ ਹੋਏਗਾ ਤੇ 4 ਟਾਈਪ ਦੇ ਪੱਤੇ ਦੇ ਵਿੱਚ ਕਿੰਨੇ ਕਿੰਗ ਹੋਣਗੇ, 4, 4/52 ਕੱਟ ਕੇ ਕਿੰਨਾ, ਇੰਨਾ ਆ ਗਿਆ। ਇਹਨਾਂ ਦੋਨਾਂ ਨੂੰ ਆਪਸ ਵਿੱਚ ਮਲਟੀਪਲਾਈ ਕੀਤਾ, ਇਹਨੂੰ ਮੈਂ ਇੱਕ ਪਾਸੇ ਲਿਖ ਲਿਆ ਜੀ 1/26। 1/26 ਕਿਹਦੀ ਵੈਲਿਊ ਆ ਗਈ, ਪ੍ਰੋਬੇਬਿਲਿਟੀ ਏ ਤੇ ਪ੍ਰੋਬੇਬਿਲਿਟੀ ਬੀ। ਸੌਰੀ ਮੈਂ ਏ ਬੀ ਲਿਖਤਾ, ਤੁਸੀਂ ਇਹਨੂੰ ਪ੍ਰੋਬੇਬਿਲਿਟੀ ਈ ਤੇ ਪ੍ਰੋਬੇਬਿਲਿਟੀ ਐਫ ਵੀ ਲਿਖ ਸਕਦੇ ਹੋ। ਠੀਕ ਹੈ। ਹੁਣ ਇਹਨਾਂ ਦੋਨਾਂ 'ਚ ਕਾਮਨ ਕਹਿੰਦਾ ਕਿੰਗ ਹੋਣਾ ਚਾਹੀਦਾ, ਪਰ ਕਾਹਦਾ ਹੋਣਾ ਚਾਹੀਦਾ, ਬਲੈਕ ਦਾ। ਕਿੰਗ ਹੋਣਾ ਚਾਹੀਦਾ ਪਰ ਹੋਣਾ ਕਾਹਦਾ ਚਾਹੀਦਾ, ਬਲੈਕ ਦਾ। ਬੇਟਾ ਹੁਣ ਤੁਹਾਨੂੰ ਦੱਸਿਆ ਸੀ ਕਿ 26 ਪੱਤੇ ਬਲੈਕ ਹੁੰਦੇ ਆ, 26 ਵਿੱਚੋਂ ਇਹਦਾ ਮਿਲ ਕੇ ਕਿੰਗ ਕਿੰਨੇ ਹੋ ਗਏ, 2 ਹੋ ਗਏ, 2 ਕਿੰਗ ਹੋ ਗਏ। ਤੇ 2 ਕਿੰਗ ਕਾਹਦੇ ਹੋਣਗੇ, ਬਲੈਕ। ਜੇ 2 ਕਿੰਗ ਬਲੈਕ ਹੋਣਗੇ ਤਾਂ 2/52 ਕੱਟ ਕੇ ਕਿੰਨਾ ਆ ਗਿਆ, 1/26। ਇਹਦਾ ਮਤਲਬ ਕਿ ਇਹਨਾਂ ਦੋਨਾਂ ਦਾ ਇੰਟਰਸੈਕਸ਼ਨ ਵੀ 1/26 ਤੇ ਮਲਟੀਪਲੀਕੇਸ਼ਨ ਕਰਨ ਤੇ ਵੀ 1/26, ਦੋਨੇ ਆ ਗਏ ਬਰਾਬਰ। ਇਹ ਕੀ ਬਣ ਗਿਆ, ਇੰਡੀਪੈਂਡੈਂਟ। ਠੀਕ ਹੈ ਜੀ। ਤੀਜਾ ਕੇਸ ਦੇਖਿਓ, ਪ੍ਰੋਬੇਬਿਲਿਟੀ ਕਾਰਡ ਇਜ਼ ਕਿੰਗ ਔਰ ਕੁਈਨ। ਕਹਿੰਦਾ ਕਾਰਡ ਕੀ ਹੋਣਾ ਚਾਹੀਦਾ, ਕਿੰਗ। ਪੂਰੀ ਤਾਸ਼ ਦੇ ਵਿੱਚ 4 ਹੁੰਦੇ ਕਿੰਗ ਤੇ 4 ਹੁੰਦੀਆਂ ਕੁਈਨ। ਟੋਟਲ ਕਿੰਨੇ ਹੋ ਗਏ, 4 ਤੇ 4 8, 8/52। ਇਹ ਕੱਟ ਕੇ ਆ ਗਿਆ 2/13। ਪੀ, ਕਾਰਡ ਇਜ਼ ਕੁਈਨ ਔਰ ਜੈਕ। 4 ਹੀ ਕੁਈਨ ਹੁੰਦੀਆਂ ਤੇ 4 ਹੀ ਜੈਕ ਹੁੰਦੀਆਂ। ਟੋਟਲ ਕਿੰਨੇ ਹੋ ਗਏ, 8, 8/52। ਕੱਟ ਕੇ ਇਹ ਵੀ ਆ ਗਏ। ਇਹਨਾਂ ਦੋਨਾਂ ਨੂੰ ਆਪਸ ਵਿੱਚ ਕਰ ਦਿਓ ਜੀ ਮਲਟੀਪਲਾਈ। 2 ਦੂਣੀ 4, 13 13 169, 4/169। ਇਹਨਾਂ ਦੀ ਮਲਟੀਪਲੀਕੇਸ਼ਨ ਆ ਗਈ ਹੈ ਨਾ। ਹੁਣ ਇਹਨਾਂ ਦੋਨਾਂ ਦੇ ਵਿੱਚ ਕਾਮਨ ਦੇਖੋ ਜੀ, ਆ ਜੈਕ ਆ ਤੇ ਆ ਕਿੰਗ ਆ, ਨਹੀਂ ਕਾਮਨ। ਆ ਕੁਈਨ ਆ ਕੁਈਨ ਆ ਗਏ ਜੀ ਕਾਮਨ। ਇਹਦਾ ਮਤਲਬ ਪੂਰੀ ਤਾਸ਼ ਦੇ ਵਿੱਚ ਕੁਈਨ ਕਿੰਨੀਆਂ ਹੁੰਦੀਆਂ ਬੇਟਾ, 4 ਹੁੰਦੀਆਂ ਕੁਈਨ। 4 ਟਾਈਪ ਦੇ ਪੱਤੇ ਆ ਤੇ ਕੁਈਨ 4 ਹੀ ਹੋ ਗਈਆਂ। ਜੇ 4 ਕੁਈਨ ਹੋ ਗਈਆਂ ਤੇ 4/52 ਕੱਟ ਕੇ ਕਿੰਨਾ ਆ ਗਿਆ, 1/13। ਆ 1/13 ਆਉਣ ਦਿਆ ਆ, ਆ 4/69 ਆਉਣ ਦਿਆ, ਦੋਨੇ ਬਰਾਬਰ ਹੈ, ਨਹੀਂ ਬਰਾਬਰ ਹੈ। ਇਹਦਾ ਮਤਲਬ ਇਹ ਇੰਡੀਪੈਂਡੈਂਟ ਨਹੀਂ ਹੈਗਾ। ਠੀਕ ਹੈ ਜੀ। ਨੈਕਸਟ ਦੇਖਣਾ ਸਾਡੇ ਕੋਲ ਬੜਾ ਹੀ ਈਜ਼ੀ ਕੁਐਸਚਨ ਹੈ ਵੀ। Event A and B are such that probability A is equal to 1/2, probability B is equal to 7/12 and probability if not A or not B is equal to 1/4. ਸ਼ੋ ਕਰੋ ਇੰਡੀਪੈਂਡੈਂਟ। ਸਭ ਤੋਂ ਪਹਿਲਾਂ ਪ੍ਰੋਬੇਬਿਲਿਟੀ A ਦਿੱਤਾ, ਪ੍ਰੋਬੇਬਿਲਿਟੀ B ਦਿੱਤਾ। ਨਾਟ A ਦਾ ਮਤਲਬ A ਦਾ ਕੰਪਲੀਮੈਂਟ, ਔਰ ਪਾਇਆ, ਜੇ ਤਾਂ ਪਾਇਆ ਔਰ ਤਾਂ ਫਿਰ ਤਾਂ ਆ ਗਿਆ ਯੂਨੀਅਨ। ਜੇ ਪਾਇਆ ਐਂਡ ਫਿਰ ਆਉਣਾ ਇੰਟਰਸੈਕਸ਼ਨ। ਹੁਣ ਯੂਨੀਅਨ ਕਿਹਾ ਨਾਲ ਨਾਟ B, B ਦਾ ਕੰਪਲੀਮੈਂਟ ਇਜ਼ ਇਕੁਅਲ ਟੂ 1/4। ਅੱਛਾ ਹੁਣ ਮੈਂ ਕੁਝ ਤੁਹਾਨੂੰ ਟ੍ਰਿਕ ਦੱਸਣ ਲੱਗਾ, ਧਿਆਨ ਦੇਖਣਾ। ਹਾਂ ਅੱਜ ਯਾਦ ਰੱਖਣਾ ਕਿ ਪ੍ਰੋਬੇਬਿਲਿਟੀ A ਯੂਨੀਅਨ B ਦਾ ਕੰਪਲੀਮੈਂਟ ਹੋਵੇ ਤੇ ਇਹਨੂੰ ਵੀ ਇਦਾਂ ਲਿਖ ਸਕਦੇ, ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ ਯੂਨੀਅਨ ਪੁੱਠਾ ਹੋ ਜਾਂਦਾ, ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ। ਲੱਗ ਗਿਆ ਪਤਾ, ਮਤਲਬ ਕੱਲੇ ਕੱਲੇ ਦਾ ਲਿਖਣਾ ਤੇ ਯੂਨੀਅਨ ਨੇ ਪੁੱਠਾ ਹੋ ਜਾਣਾ। ਪੁੱਠਾ ਹੋ ਕੇ ਕੀ ਬਣ ਜਾਂਦਾ, ਇੰਟਰਸੈਕਸ਼ਨ। ਤੇ ਜੇ ਪ੍ਰੋਬੇਬਿਲਿਟੀ A ਇੰਟਰਸੈਕਸ਼ਨ B ਦਾ ਕੰਪਲੀਮੈਂਟ ਹੋਵੇ ਤੇ ਇਹ ਪੁੱਠਾ ਹੋ ਜਾਂਦਾ, ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ ਯੂਨੀਅਨ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ, ਹੈ ਨਾ। ਤੇ ਜੇ ਪ੍ਰੋਬੇਬਿਲਿਟੀ A ਦਾ ਇੰਟਰਸੈਕਸ਼ਨ ਪ੍ਰੋਬੇਬਿਲਿਟੀ B ਦਾ ਇੰਟਰਸੈਕਸ਼ਨ ਇਦਾਂ ਹੋਵੇ, ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ
ਇੰਟਰਸੈਕਸ਼ਨ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ, ਇਹਨੂੰ ਲਿਖ ਲਈਦਾ ਪ੍ਰੋਬੇਬਿਲਿਟੀ A ਦਾ ਕੰਪਲੀਮੈਂਟ, ਇੰਟਰਸੈਕਸ਼ਨ ਬਣ ਗਿਆ ਯੂਨੀਅਨ ਪ੍ਰੋਬੇਬਿਲਿਟੀ B ਦਾ ਕੰਪਲੀਮੈਂਟ। ਠੀਕ ਆ, ਔਰ ਇਹਨੂੰ ਇਦਾਂ ਵੀ ਲਿਖ ਸਕਦੇ ਪ੍ਰੋਬੇਬਿਲਿਟੀ A ਯੂਨੀਅਨ B ਸਾਰੇ ਦਾ ਕੰਪਲੀਮੈਂਟ, ਸਾਰੇ ਦਾ ਕੰਪਲੀਮੈਂਟ ਲਿਖ ਸਕਦੇ ਆ। ਔਰ ਠੀਕ ਹੈ ਜੀ, ਇਹਨੂੰ ਇਦਾਂ ਲਿਖ ਸਕਦੇ ਆ। ਓਕੇ ਜੀ, ਹੁਣ ਧਿਆਨ ਦੇਣਾ ਹੁਣ ਦੇਖਿਓ A ਦਾ ਕੰਪਲੀਮੈਂਟ ਯੂਨੀਅਨ B ਦਾ ਕੰਪਲੀਮੈਂਟ, ਆ ਦੇਖੋ ਇਹਦਾ ਵੀ ਕੰਪਲੀਮੈਂਟ ਇਹਦਾ ਵੀ ਕੰਪਲੀਮੈਂਟ। ਅਗਰ ਇਹਨਾਂ ਕੰਪਲੀਮੈਂਟ ਨੂੰ ਮੈਂ ਚੱਕ ਕੇ ਬਾਹਰ ਕੱਢ ਲਿਆ ਤਾਂ ਜਿਹੜਾ ਯੂਨੀਅਨ ਸੀ ਉਹ ਕੀ ਬਣ ਗਿਆ? ਇੰਟਰਸੈਕਸ਼ਨ। ਕੀ ਬਣ ਗਿਆ? ਇੰਟਰਸੈਕਸ਼ਨ। ਤੇ ਜਦੋਂ ਕੰਪਲੀਮੈਂਟ ਅਸੀਂ ਕੱਢਦੇ ਹਾਂ ਤਾਂ ਬੇਟਾ ਜੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਜਦੋਂ ਵੀ ਅਸੀਂ ਕੰਪਲੀਮੈਂਟ ਕੱਢੀਦਾ ਉਹਨੂੰ ਇੱਕ ਵਿੱਚੋਂ ਘਟਾ ਦੇਈਦਾ। ਆ ਦੇਖੋ ਜੀ, ਇੱਕ ਵਿੱਚੋਂ ਪ੍ਰੋਬੇਬਿਲਿਟੀ A ਯੂਨੀਅਨ B ਘਟਾਤਾ, A ਇੰਟਰਸੈਕਸ਼ਨ B ਘਟਾਤਾ। ਠੀਕ ਆ, 1 ਮਾਈਨਸ ਪ੍ਰੋਬੇਬਿਲਿਟੀ A, ਆਪਾਂ ਇਹ ਪਤਾ ਕਰਨਾ। ਆ 1 ਨੂੰ ਇਹਦੇ ਵਿੱਚੋਂ ਘਟਾਤਾ ਜੀ -3/4, ਮਾਈਨਸ ਨਾਲ ਮਾਈਨਸ ਕੱਟਿਆ ਗਿਆ, ਪ੍ਰੋਬੇਬਿਲਿਟੀ A ਇੰਟਰਸੈਕਸ਼ਨ B ਆ ਗਿਆ 3/4। ਹੁਣ ਇੰਟਰਸੈਕਸ਼ਨ ਪਤਾ ਲੱਗ ਗਿਆ। ਆ ਦਿੱਤਾ ਪ੍ਰੋਬੇਬਿਲਿਟੀ A, ਆ ਦਿੱਤਾ B, ਦੋਨਾਂ ਨੂੰ ਮਲਟੀਪਲਾਈ ਕੀਤਾ, 7 × 7 12 ਦੂਣਾ 24, 7/24 ਆ ਗਿਆ। ਪਰ ਇਹ ਕਿੰਨਾ ਹੈ? 3/4। ਕੀ ਇਹ ਦੋਨੇ ਬਰਾਬਰੇ ਹੈ? ਕੀ ਦੋਨੇ ਬਰਾਬਰੇ ਹੈ? ਬਰਾਬਰੇ ਨਹੀਂ ਹੈ, ਇਸ ਕਰਕੇ ਇਹ ਇੰਡੀਪੈਂਡੈਂਟ ਨਹੀਂ ਹੈਗਾ। ਠੀਕ ਹੈ ਜੀ, ਨੈਕਸਟ ਦੇਖਦੇ ਹਾਂ। ਹਾਂਜੀ, ਨੈਕਸਟ ਦੇਖਣਾ ਜਿਹੜਾ ਮੈਂ ਕੁਐਸਚਨ ਕਰਵਾਉਣ ਜਾ ਰਿਹਾ ਹਾਂ ਹੁਣ, ਇਹ ਕੁਐਸਚਨ ਪੇਪਰ 'ਚ ਬਹੁਤ ਵਾਰੀ ਆ ਚੁੱਕੇ ਆ। ਧਿਆਨ ਦੇਣਾ, ਸਟੇਟਮੈਂਟ ਧਿਆਨ ਨਾਲ ਸਮਝਣਾ। ਕਹਿੰਦਾ ਇਹ ਫਾਤਿਮਾ ਐਂਡ ਜੌਨ ਅਪੀਅਰ ਇਨ ਇੰਟਰਵਿਊ। ਫਾਤਿਮਾ ਤੇ ਜੌਨ ਦੋ ਕੈਂਡੀਡੇਟ ਆ, ਇੱਕ ਇੰਟਰਵਿਊ ਵਾਸਤੇ ਦੇਣ ਗਏ ਆ ਜਿੱਥੇ ਕਿ ਵੈਕੈਂਸੀ ਸਾਡੇ ਕੋਲ 2 ਸੀਗੀਆਂ। ਪ੍ਰੋਬੇਬਿਲਿਟੀ ਆਫ ਫਾਤਿਮਾ, ਜੇ ਫਾਤਿਮਾ ਦੀ ਸਿਲੈਕਸ਼ਨ ਹੁੰਦੀ ਆ ਤੇ ਕਿੰਨੇ % ਚਾਂਸ ਬਣਦਾ? 1/7%, 1/7 ਚਾਂਸ ਬਣਦਾ। ਤੇ ਜੌਨ ਦਾ ਸਿਲੈਕਸ਼ਨ ਦਾ ਚਾਂਸ ਬਣਦਾ 1/5। ਕੀ ਪ੍ਰੋਬੇਬਿਲਿਟੀ ਆ? ਬੋਥ ਆਫ ਦੈਮ ਵਿਲ ਬੀ ਸਿਲੈਕਟਡ। ਕੀ ਪ੍ਰੋਬੇਬਿਲਿਟੀ ਆ ਕਿ ਦੋਨੇ ਸਿਲੈਕਟਡ ਹੋਣਗੇ? ਕੀ ਪ੍ਰੋਬੇਬਿਲਿਟੀ ਆ ਉਹਨਾਂ ਚੋਂ ਇੱਕ ਸਿਲੈਕਟਡ ਹੋਏਗਾ? ਕੀ ਪ੍ਰੋਬੇਬਿਲਿਟੀ ਉਹਨਾਂ ਵਿੱਚ ਕੋਈ ਵੀ ਸਿਲੈਕਟਡ ਨਹੀਂ ਹੋਏਗਾ? ਬਹੁਤ ਇੰਪੋਰਟੈਂਟ ਕੁਐਸਚਨ ਆ, ਧਿਆਨ ਦੇਣਾ। ਸਭ ਤੋਂ ਪਹਿਲਾਂ ਦੇਖੋ, ਹੁਣ ਪਹਿਲਾਂ ਜੇ ਤਾਂ ਦੋਨੇ ਸਿਲੈਕਟ ਹੋਏ, ਮੈਂ ਤੁਹਾਨੂੰ ਕਿਹਾ ਜਦੋਂ ਬੋਥ ਦੀ ਗੱਲ ਆ ਜਾਂਦੀ ਆ ਜਾਂ ਐਂਡ ਦੀ ਗੱਲ ਆ ਜਾਂਦੀ ਆ, ਜਦੋਂ ਬੋਥ ਜਾਂ ਐਂਡ ਦੀ ਗੱਲ ਆ ਜਾਂਦੀ ਆ ਉਦੋਂ ਆਉਂਦਾ ਇੰਟਰਸੈਕਸ਼ਨ, ਜਦੋਂ ਔਰ ਦੀ ਗੱਲ ਆਉਂਦੀ ਆ ਉਦੋਂ ਆਉਂਦਾ ਯੂਨੀਅਨ। ਆ ਗਿਆ ਬੋਥ ਆਰ ਸਿਲੈਕਟਡ, ਪ੍ਰੋਬੇਬਿਲਿਟੀ A ਇੰਟਰਸੈਕਸ਼ਨ ਪ੍ਰੋਬੇਬਿਲਿਟੀ B, ਪ੍ਰੋਬੇਬਿਲਿਟੀ A ਇੰਟੂ ਪ੍ਰੋਬੇਬਿਲਿਟੀ B, ਦੋਨਾਂ ਨੂੰ ਮਲਟੀਪਲਾਈ ਕੀਤਾ 1/35, ਦੋਨਾਂ ਦੇ ਸਿਲੈਕਸ਼ਨ ਦੀ ਪ੍ਰੋਬੇਬਿਲਿਟੀ A ਹੈ। ਪ੍ਰੋਬੇਬਿਲਿਟੀ ਓਨਲੀ 1 ਆਫ ਦੈਮ ਵਿਲ ਬੀ ਸਿਲੈਕਟਡ, ਇਹਨਾਂ ਵਿੱਚੋਂ ਇੱਕ ਸਿਲੈਕਟ ਹੋਏਗਾ। ਜੇ A ਸਿਲੈਕਟ ਹੋਇਆ ਤਾਂ B ਨਹੀਂ ਹੋਏਗਾ, ਤੇ ਜੇ B ਸਿਲੈਕਟ ਹੋਇਆ ਤਾਂ A ਨਹੀਂ ਹੋਏਗਾ। ਮਤਲਬ ਜੇ ਫਾਤਿਮਾ ਸਿਲੈਕਟ ਹੋਈ ਤਾਂ ਜੌਨ ਨਹੀਂ ਸਿਲੈਕਟ ਹੋਏਗਾ, ਤੇ ਜੇ ਜੌਨ ਸਿਲੈਕਟ ਹੋਇਆ ਤਾਂ ਫਾਤਿਮਾ ਨਹੀਂ ਹੋਏਗੀ। ਤੇ ਕੰਡੀਸ਼ਨ ਆਪਾਂ ਦੋਨੇ ਲੈਣੀਆਂ। ਆ ਦੇਖਿਓ, ਮੰਨ ਲਓ ਜੇ A ਸਿਲੈਕਟ ਹੋਇਆ ਤੇ B ਨਹੀਂ ਹੋਏਗਾ, ਔਰ ਜਾਂ ਜੇ B ਸਿਲੈਕਟ ਹੋਇਆ ਤੇ A ਨਹੀਂ ਹੋਏਗਾ। ਹੁਣ ਆ ਦੇਖਿਓ, ਪ੍ਰੋਬੇਬਿਲਿਟੀ A ਐਂਡ ਪ੍ਰੋਬੇਬਿਲਿਟੀ ਨਾਟ B ਪਲੱਸ ਪ੍ਰੋਬੇਬਿਲਿਟੀ B ਐਂਡ ਨਾਟ A। ਹੁਣ ਦੇਖਿਓ, ਪ੍ਰੋਬੇਬਿਲਿਟੀ A ਜਦੋਂ ਐਂਡ ਆ ਜਾਂਦਾ ਤਾਂ ਉਦੋਂ ਕੀ ਹੁੰਦਾ? ਇੰਟਰਸੈਕਸ਼ਨ। ਜਦੋਂ ਐਂਡ ਆ ਜਾਂਦਾ ਉਦੋਂ ਕੀ ਹੁੰਦਾ? ਇੰਟਰਸੈਕਸ਼ਨ। ਇਹਦਾ ਮਤਲਬ ਇਸ ਚੀਜ਼ ਨੂੰ, ਆ ਜਿਹੜੀ ਚੀਜ਼ ਜਿਹੜੀ ਇਹਦੇ ਤੇ ਮੈਂ ਡੱਬਾ ਬਣਾਇਆ, ਇਸ ਨੂੰ ਤੁਸੀਂ ਇਦਾਂ ਵੀ ਲਿਖ ਸਕਦੇ ਆ, ਪ੍ਰੋਬੇਬਿਲਿਟੀ A ਇੰਟਰਸੈਕਸ਼ਨ B ਦਾ ਕੰਪਲੀਮੈਂਟ। ਇਦਾਂ ਵੀ ਲਿਖਿਆ ਜਾ ਸਕਦਾ, A ਐਂਡ B ਨਾਟ, A ਐਂਡ B ਨਾਟ। ਤੇ ਇਹਨੂੰ ਵੀ ਇਦਾਂ ਲਿਖ ਸਕਦੇ ਸੀਗੇ, B ਐਂਡ A ਨਾਟ, B ਐਂਡ A ਨਾਟ ਲਿਖ ਸਕਦੇ ਆ। ਇਹਨੂੰ ਕੱਲਾ ਕੱਲਾ ਲਿਖ ਲਿਆ। ਹੁਣ ਦੇਖੋ, ਪ੍ਰੋਬੇਬਿਲਿਟੀ A ਇੱਧਰ ਆ, ਪ੍ਰੋਬੇਬਿਲਿਟੀ ਨਾਟ B, ਪ੍ਰੋਬੇਬਿਲਿਟੀ B, ਪ੍ਰੋਬੇਬਿਲਿਟੀ ਨਾਟ A। ਹੁਣ ਤੁਹਾਨੂੰ ਬੇਟਾ ਜੀ ਦੱਸਿਆ ਸੀ ਕਿ ਜਦੋਂ ਪ੍ਰੋਬੇਬਿਲਿਟੀ ਨਾਟ ਪਤਾ ਕਰਨੀ ਹੋਵੇ ਤਾਂ 1 ਵਿੱਚੋਂ ਪ੍ਰੋਬੇਬਿਲਿਟੀ B ਘਟਾ ਦਈਏ, ਤੇ ਜਦੋਂ ਪ੍ਰੋਬੇਬਿਲਿਟੀ ਨਾਟ A ਪਤਾ ਕਰਨੀ ਹੋਵੇ ਤਾਂ 1 ਵਿੱਚੋਂ ਪ੍ਰੋਬੇਬਿਲਿਟੀ A ਘਟਾ ਦਈਏ। ਪ੍ਰੋਬੇਬਿਲਿਟੀ A ਨਾਟ ਪਤਾ ਕਰਨੇ 1 ਮਾਈਨਸ ਪ੍ਰੋਬੇਬਿਲਿਟੀ B, ਫਿਰ ਪ੍ਰੋਬੇਬਿਲਿਟੀ B, ਪ੍ਰੋਬੇਬਿਲਿਟੀ ਨਾਟ A ਪਤਾ ਕਰਨਾ 1 ਮਾਈਨਸ ਪ੍ਰੋਬੇਬਿਲਿਟੀ A। ਪ੍ਰੋਬੇਬਿਲਿਟੀ A ਕਿੰਨਾ ਜੀ? 1/7। ਪ੍ਰੋਬੇਬਿਲਿਟੀ B ਕਿੰਨਾ ਜੀ? ਆ ਦੇਖਿਓ, 1 ਮਾਈਨਸ ਪ੍ਰੋਬੇਬਿਲਿਟੀ B, B ਕਿੰਨਾ ਜੀ? 1/5। ਜਦੋਂ ਇੱਥੋਂ 1 ਮਾਈਨਸ 1/5, ਇੱਥੇ 1 ਆੜਾ, ਇੱਥੇ 1 ਮਾਈਨਸ 1/5 ਕੀਤਾ, 4/5 ਆ ਗਿਆ। ਤਾਂ ਪ੍ਰੋਬੇਬਿਲਿਟੀ B ਦਿੱਤਾ ਜੀ ਮੈਨੂੰ 1/5। ਆ ਦੇਖੋ ਜੀ 1/5। 1 ਮਾਈਨਸ ਪ੍ਰੋਬੇਬਿਲਿਟੀ A, ਆ ਪ੍ਰੋਬੇਬਿਲਿਟੀ A ਆ, 1 ਮਾਈਨਸ 1/7 ਕੀਤਾ ਤੇ ਇਹ ਬਣ ਗਿਆ ਜੀ 6/7। 4 × 4 7 5 35, 6 × 6 7 5 35। ਇਹਨਾਂ ਨੂੰ ਸੋਲਵ ਕੀਤਾ, ਇਹ ਆ ਗਿਆ ਜੀ 2/7। ਨਨ ਆਫ ਦੈਮ ਵਿਲ ਬੀ ਸਿਲੈਕਟਡ ਦਾ ਮਤਲਬ ਕੋਈ ਵੀ ਸਿਲੈਕਟ ਨਹੀਂ ਹੋਊਗਾ, ਨਾ ਹੀ A ਤੇ ਨਾ ਹੀ B ਸਿਲੈਕਟਡ ਹੋਊਗਾ। ਜੇ ਦੋਨੇ ਸਿਲੈਕਟ ਨਹੀਂ ਹੋਏ ਤਾਂ ਦੋਨਾਂ ਤੇ ਕੰਪਲੀਮੈਂਟ ਪੈ ਗਿਆ, ਤੇ ਜੇ ਦੋਨਾਂ ਤੇ ਕੰਪਲੀਮੈਂਟ ਪੈ ਗਿਆ ਤੇ ਇਹਦਾ ਮਤਲਬ ਸਾਡੇ ਪਾਸ ਕੀ ਆਇਆ? ਨਾਟ A ਨਾਟ B। ਪ੍ਰੋਬੇਬਿਲਿਟੀ 1 ਮਾਈਨਸ ਪ੍ਰੋਬੇਬਿਲਿਟੀ A,
1 माइनस प्रोबेबिलिटी b, a की वैल्यू भी सानू दिती हुई है, b की वैल्यू भी सानू दिती हुई है। 1 माइनस 1 बाय 7, 1 माइनस 1 बाय 5 दैट इज इक्वल टू 6/7 इंटू 4/5। ये साडे कोल आंसर आ गया। ठीक है जी, वेरी इंपॉर्टेंट क्वेश्चन सी, सो ध्यान नाल देखना। ठीक है जी, नेक्स्ट क्वेश्चन देखते हैं। नेक्स्ट क्वेश्चन बिल्कुल ए स्पीक ट्रुथ 75%, बी इज 80%। कहता ए स्पीक ਜਿਹੜਾ ए आ ਉਹ 75% सच बोलदा, ए 75% सच बोलदा, बी 80% सच बोलदा, बी 80% सच बोलदा। इन वट परसेंटेज ऑफ केस दे लाइकली टू बी कंट्राडिक्ट, दे लाइकली टू कंट्राडिक्ट ईच अदर नरेटिंग सेम इंसीडेंट। कहता एक दूजे ਨੂੰ ਕਿੰਨਾ कंट्राडिक्ट ਕਰਦੇ। कंट्राडिक्ट ਦਾ मतलब कि जे ये सच बोलता तो वह कितना झूठ बोलेगा, जे ये सच बोलता तो वह कितना झूठ बोलेगा। सब तो पहला प्रोबेबिलिटी ई, जे ये 75% सच बोलता 75/100, 25 या 75, 25 चौका 100। जे ये 80% सच बोलता तो 20 चौका 100 तो 20 पंजा 100। हूँ सब तो पहला जे ये प्रोबेबिलिटी ई 3/4 सच बोलता है तो झूठ कितना बोलेगा, झूठ बोलेगा प्रोबेबिलिटी ई का कॉम्पलीमेंट, मतलब कि 1 माइनस 3/4 कट के कितना आ जाऊगा वे 1/4, कितना आ जाऊगा 1/4। जे ये इन्ने परसेंट सच बोलता है तो प्रोबेबिलिटी एफ जी एफ डैश वो कितना आ जाऊगी। सीधे सिंपल दसदा तुहानू, नीचे 5 आ उपर 4 आ, 5 विचों 4 घटा दिओ, उत्ते 1, नीचे 5 रह गया 1/5। ठीक है जी, हुण देखियो रिक्वायर्ड जे प्रोबेबिलिटी पता करनी है। देखो प्रोबेबिलिटी अगर ई सच बोलता तो एफ झूठ बोलता, मतलब कि ई सच बोलता तो एफ सच नहीं बोलता, जां एफ सच बोलता तो ई सच नहीं बोलता। हुण देखियो इन्हां च और आ, जे बेटा और आ जाए तो की होंदा प्लस, यह आ गया प्रोबेबिलिटी ई इंटू प्रोबेबिलिटी एफ प्लस प्रोबेबिलिटी एफ इंटू प्रोबेबिलिटी ई। प्रोबेबिलिटी ई तैनूं दिता, प्रोबेबिलिटी एफ तैनूं दिता, ई डैश भी मैं कढ़ता आ, एफ डैश भी कढ़ता, सिर्फ तुसीं इत्थे पुट कर दिओ, इत्थे पुट करना, आ इत्थे पुट करता, सिर्फ पुट करना, आ कुछ करने की लोड़ नहीं जी। ई डैश दिता इत्थे पुट कर दिओ, ठीक है। आ देखियो ई डैश दिता इत्थे पुट कर दिओ, एफ डैश दिता इत्थे पुट कर दिओ, ठीक है ना। एफ डैश दिता इत्थे पुट कर दिओ, दैन आपां वैल्यू पुट कीतियां, चक के इत्थे वैल्यू पुट कीती, साडे कोल कट कटा के आंसर आ गया 35/100। ठीक है जी, 35/100। ठीक है जी। क्वेश्चन नंबर एग्जाम्पल नंबर 15 ये तुसीं आप देखोगे। एग्जाम्पल नंबर 15 दैट इज वेरी इंपॉर्टेंट, ये तुसीं आप देखोगे। ठीक है जी। नैक्सट देखते हैं, हाँ जी नैक्सट क्वेश्चन देखांगे आपां। नैक्सट क्वेश्चन साडे पास है, कहंदा साडे पास क्वेश्चन है नैक्सट, नेक्स्ट क्वेश्चन है 2 बॉल आर रैंडम drawn at random with replacement from a box containing 10 black ball और 8 red ball, 10 black ball and 8 red ball, total ball कितनी हो गई 18। find that both ball are red, both ball are red। जे तो दोनों बॉल रेड आ तो रेड कितनी जी, देखियो रेड कितनी 8, रेड बॉल है 8, टोटल कितनी बन गई 10 से 8 18। जे दोनों रेड आ तो 8/18 तो 8/18, 8 8 है 64, 18 ਨੂੰ 18 ਨਾਲ मल्टीप्लाई कर दिओ, कट कटा के आंसर आ गया इन्ना। ठीक है जी। उस तो बाद कहता अगर फर्स्ट बॉल इज ब्लैक और सैकेंड बॉल इज रेड, देखना ध्यान ना क्वेश्चन में क्या कहता फर्स्ट बॉल जी रेड आ तो सैकेंड बॉल जी ब्लैक आ, ये नहीं कहा कि एक रेड तो एक ब्लैक। फर्स्ट बॉल जे पहली बॉल रेड आ, फर्स्ट बॉल इज ब्लैक, पहली बॉल ब्लैक आ तो दूजी की होगी रेड, ये मतलब प्रोबेबिलिटी बी प्रोबेबिलिटी रेड। ब्लैक की प्रोबेबिलिटी ब्लैक कितनी है जी 10, 10/, टोटल रेड कितनी है जी 8, 8/, टोटल 80, 18 ਨੂੰ 18 ਨਾਲ मल्टीप्लाई कट कटा के साडे कोल आंसर आ गया इन्ना। ठीक है जी। दूजे केस में कहता वन ऑफ दैम इज ब्लैक अदर इज रेड, कहता इन्हां विचों एक रेड आ ते एक ब्लैक आ। हुण सानू नहीं पता रेड किहड़ी आ, रेड पहले नंबर ते आउंदी कि दूजे ते आउंदी है। सो मैं इदां कर सकदा, इहनूं इदां लिख सकदे आपां कि भाई जे प्रोबेबिलिटी पहली बॉल रेड आउंदी आ ते दूजी आउंदी ब्लैक, पहली रेड आउंदी है तो दूजी की आउंदी ब्लैक, जां जे पहली ब्लैक आउंदी आ तो दूजी की आवेगी भाई रेड, दूजी की आएगी रेड। तो प्रोबेबिलिटी रेड की भी पता, ब्लैक की भी पता, ब्लैक की पता, रेड की पता, पुट करके ते ऐड कर दो, तुहाडा आंसर आ जाएगा। ठीक है जी। नैक्सट देखते हैं,
ਹਾਂਜੀ, ਆਹ ਵਾਲਾ ਕੁਐਸਚਨ ਜਿਹੜਾ ਆ ਇਹ ਪੇਪਰ ਦੇ ਵਿੱਚ ਬਹੁਤ ਵਾਰੀ ਆਇਆ, ਦੇਖਿਓ। ਇਹ ਪ੍ਰੋਬਲਮ ਸੋਲਵ ਬੇਟਾ, ਹੁਣ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ। ਮੰਨ ਲਓ ਕਿ ਤੁਸੀਂ ਤਿੰਨ ਭਰਾ ਬੈਠੇ ਹੋ, ਮੰਨ ਲਓ ਤੁਸੀਂ ਤਿੰਨ ਭਰਾ ਬੈਠੇ ਹੋ। ਤੁਹਾਡਾ ਜਿਹੜਾ ਸਭ ਤੋਂ ਵੱਡਾ ਭਰਾ ਹੈਗਾ ਆ, ਉਹ ਕਹਿੰਦਾ ਜਿਵੇਂ ਮੈਂ 1/2 ਕੁਐਸਚਨ ਸੋਲਵ ਕਰ ਦੂੰਗਾ, ਮਤਲਬ ਕਿ 1/2 ਦਾ ਮਤਲਬ 50% ਕੁਐਸਚਨ ਨੂੰ ਮੈਂ ਸੋਲਵ ਕਰ ਦਾਂਗਾ। ਜਿਹੜਾ ਦੂਜੇ ਨੰਬਰ ਤੇ ਤੁਹਾਡਾ ਭਰਾ ਬੈਠਾ ਹੋਇਆ, ਮੰਨ ਲਓ ਕਿ ਉਹ ਕਹਿੰਦਾ ਜੀ 1/3, ਮਤਲਬ ਕਹਿੰਦਾ ਮੈਂ 33% ਕੁਐਸਚਨ ਨੂੰ ਸੋਲਵ ਕਰ ਦਾਂਗਾ। ਤਾਂ ਤੁਸੀਂ ਕਹੋਗੇ ਕਿ ਮੈਂ 1/4, ਮਤਲਬ ਕਿ ਮੈਂ 25% ਕੁਐਸਚਨ ਨੂੰ ਸੋਲਵ ਕਰ ਦੇਵਾਂਗਾ, ਹੈ ਨਾ। ਪੂਰਾ ਕੁਐਸਚਨ ਤਾਂ ਕੋਈ ਵੀ ਨਹੀਂ ਸੋਲਵ ਕਰਦਾ, ਹੈ ਨਾ। ਕਹਿੰਦਾ ਕੀ ਪ੍ਰੋਬੇਬਿਲਿਟੀ ਹੋਵੇਗੀ ਕਿ ਕੁਐਸਚਨ ਜਿਹੜਾ ਆ ਤੁਹਾਡੇ ਕੋਲ ਸੋਲਵ ਹੋ ਜਾਊਗਾ ਸਾਰਿਆਂ ਕੋਲ, ਕੀ ਕੁਐਸਚਨ ਦੀ ਪ੍ਰੋਬੇਬਿਲਿਟੀ ਹੋਵੇਗੀ ਕੁਐਸਚਨ ਸੋਲਵ ਹੋ ਜਾਊਗਾ। ਹੁਣ ਦੇਖੋ, ਆਹ ਪ੍ਰੋਬੇਬਿਲਿਟੀ A, ਆਹ ਪ੍ਰੋਬੇਬਿਲਿਟੀ B, ਆਹ ਪ੍ਰੋਬੇਬਿਲਿਟੀ C, ਠੀਕ ਹੈ। ਕੀ ਪ੍ਰੋਬੇਬਿਲਿਟੀ ਹੋਏਗੀ ਕਿ ਕੁਐਸਚਨ ਸੋਲਵ ਹੋ ਜਾਏਗਾ। ਹੁਣ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਕਿ ਮੰਨ ਲਓ ਤੁਹਾਨੂੰ ਕੋਈ ਕਹਿੰਦਾ ਆ ਕਿ ਬਈ ਇਹ ਬੰਦਾ ਜਿਹੜਾ ਹੈਗਾ ਆ ਉਹ 40% ਬੜਾ ਚਲਾਕ ਆ, 40% ਬੰਦਾ ਜਿਹੜਾ ਆ ਬੜਾ ਹੀ ਚਲਾਕ ਆ, ਤੇ ਕਿੰਨੇ ਪਰਸੈਂਟ ਚਲਾਕ ਨਹੀਂ ਹੈਗਾ? 60% ਆਟੋਮੈਟਿਕ, ਹੈ ਨਾ। ਕਿੰਨੇ ਪਰਸੈਂਟ ਚਲਾਕ ਨਹੀਂ ਹੈਗਾ, ਮਤਲਬ ਜੇ 100 ਬੰਦਾ ਪੂਰਾ 100% ਆ, ਮੰਨ ਲਓ 100% ਬੰਦਾ ਕੰਪਲੀਟ ਆ, ਜੇ ਇਹਦੇ ਵਿੱਚੋਂ 40% ਬੰਦਾ ਚਲਾਕ ਆ ਤਾਂ 60% ਤਾਂ ਚੰਗਾ ਹੈ ਨਾ। ਤੇ 100 ਵਿੱਚੋਂ ਤੁਸੀਂ 40 ਘਟਾਇਆ ਫਿਰ ਹੀ 60 ਆਏ। ਤੇ ਇਦਾਂ ਹੀ ਤੁਸੀਂ ਚੱਲੋ। ਕਹਿੰਦਾ ਕਿੰਨੇ ਪਰਸੈਂਟ, ਕਿੰਨਾ ਵਾਟ ਇਜ਼ ਦਾ ਪ੍ਰੋਬੇਬਿਲਿਟੀ ਪ੍ਰੋਬਲਮ ਵਿਲ ਬੀ ਸੋਲਵ, ਕੀ ਪ੍ਰੋਬੇਬਿਲਿਟੀ ਪ੍ਰੋਬਲਮ ਸੋਲਵ ਹੋ ਜਾਏਗੀ। ਤੁਸੀਂ ਇੱਕ ਵਿੱਚੋਂ ਮਾਈਨਸ ਕਰ ਦੇਣਾ ਕਿੰਨਾ ਇਹ ਪ੍ਰੋਬਲਮ ਸੋਲਵ ਨਹੀਂ ਹੋਏਗੀ। ਇੱਕ ਵਿੱਚੋਂ ਮਾਈਨਸ ਕਰ ਦਿਓ ਕਿੰਨੀ ਪ੍ਰੋਬਲਮ ਸੋਲਵ ਨਹੀਂ ਹੋਏਗੀ, ਜਿੰਨਾ ਬਚਿਆ ਉਹ ਪ੍ਰੋਬਲਮ ਸੋਲਵ ਹੋਏਗੀ। ਪ੍ਰੋਬੇਬਿਲਿਟੀ A ਦਿੱਤਾ, ਪ੍ਰੋਬੇਬਿਲਿਟੀ B ਦਿੱਤਾ, ਪ੍ਰੋਬੇਬਿਲਿਟੀ C ਦਿੱਤਾ। ਹੁਣ ਜੇ ਨੋਟ ਪਤਾ ਕਰਨਾ ਆ ਤੇ ਇੱਕ ਵਿੱਚੋਂ, ਜੇ ਪ੍ਰੋਬੇਬਿਲਿਟੀ A ਨੋਟ ਪਤਾ ਕਰਨਾ ਆ ਤੇ ਇੱਕ ਵਿੱਚੋਂ 1/2 ਘਟਾ ਦਿਓ। ਪ੍ਰੋਬੇਬਿਲਿਟੀ B ਨੋਟ ਪਤਾ ਕਰਨਾ ਆ ਤੇ ਇੱਕ ਵਿੱਚੋਂ 1/3 ਘਟਾ ਦਿਓ। ਪ੍ਰੋਬੇਬਿਲਿਟੀ C ਨੋਟ ਪਤਾ ਕਰਨਾ ਆ ਤੇ ਇੱਕ ਵਿੱਚੋਂ 1/4 ਘਟਾ ਦਿਓ, ਹੈ ਨਾ। ਤਾਂ ਸਾਡੇ ਕੋਲ ਕਹਿੰਦਾ ਪ੍ਰੋਬਲਮ ਇਜ਼ ਨਾਟ ਸੋਲਵ, ਮਤਲਬ ਪ੍ਰੋਬੇਬਿਲਿਟੀ A ਨੋਟ, B ਨੋਟ, C ਨੋਟ, ਮਤਲਬ ਕਿ ਪ੍ਰੋਬੇਬਿਲਿਟੀ A ਨੋਟ, B ਨੋਟ, C ਨੋਟ। ਬੇਟਾ ਇਹਨਾਂ ਦੀ ਵੈਲਿਊ ਤਾਂ ਮੈਂ ਤੁਹਾਨੂੰ ਘੱਟਤੀ ਆ, ਆਹ ਦੇਖਿਓ ਇਹਨਾਂ ਚੋਂ ਵੈਲਿਊ ਘੱਟ ਨਿਕਲ ਜੂਗੀ ਨਾ। ਇੱਥੋਂ 1/2, ਇੱਥੋਂ 2/3, ਇੱਥੋਂ 3/4 ਨਿਕਲ ਜੂਗੀ। ਬਸ ਇੱਥੇ ਤੁਸੀਂ 1/2 ਪੁੱਟ ਕਰ ਦਿਓ, ਇੱਥੇ 2/3 ਪੁੱਟ ਕਰ ਦਿਓ, ਇੱਥੇ 3/4 ਪੁੱਟ ਕਰ ਦਿਓ। ਆ ਇਦਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ, ਸਿੱਧੇ ਇੱਥੇ ਵੈਲਿਊ ਪੁੱਟ ਕਰ ਦਿਓ ਉਹਨਾਂ ਨੂੰ ਸੋਲਵ ਕਰਕੇ, ਤਾਂ ਸੋਲਵ ਕਰਕੇ ਤੁਹਾਡਾ ਕੱਟ ਕਟਾ ਕੇ ਸਾਡਾ ਆਨਸਰ ਆ ਜਾਏਗਾ 3/4। ਠੀਕ ਹੈ ਜੀ। ਨੈਕਸਟ ਦੇਖਦੇ ਹਾਂ। ਇਹ ਕੁਐਸਚਨ ਤੁਸੀਂ ਐਗਜ਼ਾਮਪਲ, ਜਿਹੜੀ ਐਗਜ਼ਾਮਪਲ ਨੰਬਰ 16 ਤੁਸੀਂ ਆਪ ਦੇਖੋਗੇ 2017 ਦੇ ਵਿੱਚ ਆਈ ਹੋਈ ਹੈ। ਠੀਕ ਹੈ ਜੀ, ਬੁੱਕ ਦੇ ਵਿੱਚ ਦੇਖਣਾ ਹੈ। ਠੀਕ ਹੈ ਜੀ। ਇਸ ਦੇ ਨਾਲ ਇਹ ਸੀਗੇ ਸਾਡੀ ਇੰਪੋਰਟੈਂਟ ਐਗਜ਼ਾਮਪਲ। ਕੱਲ ਮੈਂ ਕਰਾਵਾਂਗਾ ਤੁਹਾਨੂੰ 14B ਐਕਸਰਸਾਈਜ਼। ਠੀਕ ਹੈ ਜੀ, 14B ਐਕਸਰਸਾਈਜ਼ ਕਰਾਵਾਂਗਾ। ਉਸ ਤੋਂ ਬਾਅਦ ਸਾਡੇ 2 ਟੌਪਿਕ ਰਹਿ ਜਾਣੇ ਆ, ਤਾਂ ਸਾਡੀ ਜਿਹੜੀ ਪ੍ਰੋਬੇਬਿਲਿਟੀ ਖਤਮ ਹੋ ਜਾਣੀ ਆ, ਕਿਉਂਕਿ 2 ਮੇਜਰ ਇੰਪੋਰਟੈਂਟ ਟੌਪਿਕ ਜਿਹੜੇ ਆ ਸਾਡੇ ਨਵੇਂ ਪੈਟਰਨ ਦੇ ਅਨੁਸਾਰ ਬੋਰਡ ਨੇ ਵਿੱਚੋਂ ਕੱਟਤੇ ਹੋਏ ਆ, ਤੁਹਾਨੂੰ ਮੈਂ ਭੇਜਿਆ ਵੀ ਸੀਗਾ। ਠੀਕ ਆ ਜੀ, ਫਿਰ ਪ੍ਰੋਬੇਬਿਲਿਟੀ ਤੁਹਾਡੀ ਛੇਤੀ ਖਤਮ ਹੋ ਜਾਏਗੀ। ਸੋ ਕੱਲ ਅਸੀਂ ਬੇਟਾ ਜੀ ਕਰਾਂਗੇ 14B ਐਕਸਰਸਾਈਜ਼। ਠੀਕ ਹੈ ਜੀ। ਤਾਂ ਕੱਲ ਦਾ ਲੈਕਚਰ ਜਿਹੜਾ ਮੈਂ ਲੇਟ ਲਾਵਾਂਗਾ, ਕੱਲ੍ਹ ਨੂੰ ਮੇਰਾ ਇੱਕ ਐਗਜ਼ਾਮ ਹੈਗਾ ਆ। ਠੀਕ ਹੈ, 10 ਤੋਂ ਲੈ ਕੇ 12 ਵਜੇ ਤੱਕ। ਉਸ ਤੋਂ ਬਾਅਦ ਮੈਂ ਸ਼ਾਮ ਨੂੰ ਤੁਹਾਡਾ ਲੈਕਚਰ ਲਾਵਾਂਗਾ। ਠੀਕ ਹੈ ਬੇਟਾ, ਥੈਂਕ ਯੂ ਵੈਰੀ ਮਚ।